ਅੱਜ ਤੁਸੀਂ ਗੱਲਾਂ ਮੁੱਕਦੀਆਂ ਮੁਕਾਣੀਆਂ ਨੇ ਜੀ ਜੀ ਠੀਕ ਪੂਰੇ ਪਾਕਿਸਤਾਨ ਦੇ ਵਿੱਚ ਲੋਕਾਂ ਨੂੰ ਜਾਨਵਰਾਂ ਦੇ ਹਵਾਲੇ ਨਾਲ ਬੜੇ ਸਾਰੇ ਮਸਲੇ ਨੇ ਅਸੀਂ ਟੋਟਕੇ ਸ਼ੇਅਰ ਕਰਦੇ ਰਹਿੰਦੇ ਆ ਲੇਕਿਨ ਤੁਹਾਡਾ ਤਜਰਬਾ ਬੜਾ ਚੌਖਾ ਹੈ ਅਸੀਂ ਚਾਹੁੰਦੇ ਹਾਂ ਕਿ ਤੁਹਾਡੀ ਗੁਫ਼ਤਗੂ ਸਾਡੇ ਵਾਸਤੇ ਤੁਹਾਡੇ ਵਾਸਤੇ ਸਦਕਾ ਜਾਰੀਆ ਬਣ ਜੇ ਤੁਹਾਡੀ ਗੁਫ਼ਤਗੂ ਸੁਣ ਕੇ ਅਗਰ ਕਿਸੇ ਕਿਸਾਨ ਵੀਰ ਦਾ ਭਲਾ ਹੋਏ ਤੇ ਸਾਡੀ ਖੁਸ਼ਬਖਤੀ ਹੈ अस्सलामु अलैकुम सर की हाल है ਤੁਹਾਡਾ अल्हम्दुलिल्लाह शुक्र है मालिक दी रात दा बड़ा ही करम है मालिक दा सर ਤੁਸੀਂ ਵੀ ਠੀਕ ਹੋ ठीक अल्लाह दा बड़ा करम शुक्र बड़ा सर ਪਹਿਲਾਂ मैं चाहांगा कि दो मुअज़्ज़ज़ बुजुर्ग ਸਾਨੂੰ अपना अपना तारफ करवा दो ਤੁਹਾਡਾ इसमें ग्रामी जी गुलाम नबी नाम है जिला गुजरात थाना कड़ियां जी ਤੁਸੀਂ सर पिंड मालवा तहसील संभड़ियाल तो जी थाना बेगोवाला ते पीरकोट पिंड है मेरा जी ਇੱਥੇ ਬੈਠੇ ਆ ਡੇਰਾ ਆਪਣਾ ਜੀ ਅੱਜ ਤੁਸੀਂ ਗੱਲਾਂ ਮੁੱਕਦੀਆਂ ਮੁਕਾਣੀਆਂ ਨੇ ਜੀ ਜੀ ਠੀਕ ਪੂਰੇ ਪਾਕਿਸਤਾਨ ਦੇ ਵਿੱਚ ਲੋਕਾਂ ਨੂੰ ਜਾਨਵਰਾਂ ਦੇ ਹਵਾਲੇ ਨਾਲ ਬੜੇ ਸਾਰੇ ਮਸਲੇ ਨੇ ਅਸੀਂ ਟੋਟਕੇ ਸ਼ੇਅਰ ਕਰਦੇ ਰਹਿੰਦੇ ਆ ਲੇਕਿਨ ਤੁਹਾਡਾ ਤਜਰਬਾ ਬੜਾ ਚੌਖਾ ਹੈ ਅਸੀਂ ਚਾਹੁੰਦੇ ਹਾਂ ਕਿ ਤੁਹਾਡੀ ਗੁਫ਼ਤਗੂ ਸਾਡੇ ਵਾਸਤੇ ਤੁਹਾਡੇ ਵਾਸਤੇ ਸਦਕਾ ਜਾਰੀਆ ਬਣ ਜੇ ਤੁਹਾਡੀ ਗੁਫ਼ਤਗੂ ਸੁਣ ਕੇ ਅਗਰ ਕਿਸੇ ਕਿਸਾਨ ਵੀਰ ਦਾ ਭਲਾ ਹੋਏ ਤੇ ਸਾਡੀ ਖੁਸ਼ਬਖਤੀ ਹੈ ਇਹ ਦੱਸੋ ਕਿ ਮੱਝਾਂ ਨੂੰ ਪਾਕਿਸਤਾਨ ਦੇ ਵਿੱਚ ਆਮ ਤੌਰ ਤੇ ਕਿਹੜੀਆਂ ਬਿਮਾਰੀਆਂ ਲੱਗਦੀਆਂ ਨੇ ਜੀ ਮੱਝਾਂ ਨੂੰ ਤੇ ਇੱਕ ਤੇ ਪਿੱਛੇ ਦੀ ਬਿਮਾਰੀ ਵੀ ਹੁੰਦੀ ਹੈ ਜੀ ਜੀ ਇੱਕ ਥਣਾ ਨੂੰ ਸਾੜੂ ਪੈ ਜਾਂਦਾ ਜੀ ਅਸੀਂ ਇਹਨੇ ਅਟੈਕ ਹੋ ਗਿਆ ਠੀਕ ਉਹਦੇ ਵਾਸਤੇ ਵੀ ਡਾਕਟਰਾਂ ਨਾਲ ਮਸ਼ਵਰਾ ਕਰਨੇ ਆ ਕੋਈ ਸਾਡੇ ਬਜ਼ੁਰਗ ਨੇ ਦੇਸੀ ਟੋਟਕੇ ਵੀ ਲਾਉਂਦੇ ਨੇ ਤੇ ਇਹਨਾਂ ਦੀ ਗਾਂ ਨੂੰ ਹੋਇਆ ਸਰਨ ਹੋਈਏ ਅੱਛਾ ਜਿਹੜੀਆਂ ਲੱਤਾਂ ਖਿੱਚ ਕਰਦੀਆਂ ਨੇ ਪੱਠਾ ਖਿੱਚ ਕਰਦਾ ਠੀਕ ਉਹਦਾ ਇਹਨਾਂ ਡਾਕਟਰਾਂ ਕੋਲ ਵੀ ਇਲਾਜ ਕਰਾਇਆ ਤੇ ਦੇਸੀ ਟੋਟਕੇ ਲਾਏ ਨੇ ਨਾ ਜੀ ਮੈਂ ਮਸਾਲਾ ਬਣਵਾਇਆ ਜੀ ਵਜ਼ੀਰਾਬਾਦ ਦਾ ਬੰਦਾ ਅੱਛਾ ਉਹਦੇ ਕੋਲ ਰੁਪਈਆ 1200 ਨੂੰ ਦਿੱਤਾ ਤੇ ਦਵਾਈ ਉਹਦੇ ਕੋਲ ਬਣਵਾਈ ਮਸਾਲਾ ਦੇ ਰਿਹਾ ਉਹਦਾ ਅੱਲਾ ਦਾ ਫਜ਼ਲ ਹੈ ਬੜਾ ਹੀ ਕਰਮ ਹੈ ਨੌਸ਼ੋ ਪਾਕ ਦਾ ਔਰ ਸਚਾਰ ਪਾਕ ਦੀ ਮਿਹਰਬਾਨੀ ਔਰ ਮਦੀਨਾ ਸਰਕਾਰ ਦੇ ਸਦਕੇ ਬਿਲਕੁਲ ਅੱਗੇ ਨੂੰ ਰੁਪਈਏ ਦੀ ਕੁਆਠਾ ਨੇ ਫਰਕ ਦੇਸੀ ਟੋਟਕੇ ਕੰਮ ਕਰਦੇ ਨੇ ਜੀ ਕਰਦੇ ਠੀਕ ਮਸਾਲੇ ਹੀ ਨੇ ਜੀ ਜੀ ਅੱਛਾ ਅਗਰ ਅਸੀਂ ਇੱਕ ਬਿਮਾਰੀ ਦਾ ਪੁੱਛੀਏ ਤੇ ਤੁਸੀਂ ਇੱਕ ਬਿਮਾਰੀ ਦਾ ਆਪਣਾ ਤਜਰਬਾ ਸ਼ੇਅਰ ਕਰਨਾ ਹੈ ਸਾਨੂੰ ਇਲਾਜ ਦੱਸਣਾ ਹੈ ਪਿੱਛੇ ਦੀ ਬਿਮਾਰੀ ਸਰ ਤੁਸੀਂ ਕਿਹਾ ਉਹਦਾ ਇਲਾਜ ਜੀ ਪਿੱਛੇ ਦੀ ਬਿਮਾਰੀ ਦਾ ਇਲਾਜ ਹੈ ਜੀ ਪਿੱਛਾ ਦੋ ਕਿਸਮ ਦਾ ਜੀ ਗਰਮੀ ਨਾਲ ਵੀ ਹੁੰਦਾ ਨੂੰ ਕੁਝ ਸਰਦੀ ਨਾਲ ਵੀ ਹੁੰਦਾ ਠੀਕ ਜਿਹੜਾ ਗਰਮੀ ਨਾਲ ਹੁੰਦਾ ਉਹਨੂੰ ਦੇਣਾ ਹੈ ਸੇਮੀਆਂ ਰੰਬਾਲੀ ਸੇਮੀਆਂ ਨਹੀਂ ਹੁੰਦੀਆਂ ਖਾਣ ਵਾਲੇ ਬੰਦੇ ਦੀ ਜੀ ਉਹ ਰੰਬਾਲੀ ਸੇਮੀਆਂ ਲੈ ਲੈਣੀਆਂ ਇੱਕ ਪਾ ਉਹਦੇ 8 ਕਿਲੋ ਪਾਣੀ ਪਾ ਲੈਣਾ 8 ਕਿਲੋ ਪਾਣੀ ਜੀ ਉਹਨੂੰ ਪਕਾਉਣਾ ਸ਼ੁਰੂ ਕਰ ਦੇਣਾ ਜਿਵੇਂ ਉਹ ਪੱਕ ਜਾਏ ਕਸਟਰਡ ਹਾਰ ਹੋ ਜਾਏ ਠੀਕ ਹਾਂ ਬੁੜੀਆਂ ਨਹੀਂ ਕਸਟਰਡ ਬਣਾਉਂਦੀਆਂ ਹਾਂ ਕਸਟਰਡ ਹਾਰ ਹੋ ਜਾਏ ਉਹਦੇ 2 ਕਿਲੋ ਦੁੱਧ ਪਾਣਾ 3 ਪਾ ਸ਼ੱਕਰ ਪਾਣਾ ਠੀਕ ਉਹ ਦੇਣਾ इंशाअल्लाह अल्लाह दे सदके और गौस पाक दे सदके मदीने दे तुखाल वो ठीक हो जाए यानी कि मई टान हो जाएगी जी बिल्कुल ते दूसरा पीछा गर्मी दा नुक्स नु गर्मी दा जी ते ता सेवियां वाला जे ओनु सर्दी दा ते फिर गुड़ देना गुड़ किंज देना है गुड़ जनाब देना है एक पा तेल ले लेना ठीक जे ओनु बादी दा नुक्स होवे ठीक एक पा गुड़ ला लेना तेल जी गुड़ आधा किलो गुड़ ਉਹਨੂੰ ਕਾੜ ਲੈਣਾ ਤੇਲ ਗਰਮ ਹੋ ਗਿਆ ਵੀ ਗੁੜ ਸੜ ਲੈਣਾ ਠੀਕ ਉਹਨੂੰ ਪਿੰਨੀਆਂ ਬਣਾ ਕੇ ਜਾਂ ਉਹਦੇ ਅੱਗੇ ਰੱਖਿਆ ਪੀਏ ਦੇ ਵਿੱਚ ਟਨ ਹੋ ਜਾਏਗੀ ਕਿੰਨੇ ਦਿਨ ਇਹ ਨੁਸਖੇ ਇਸਤੇਮਾਲ ਕਰਨੇ ਨੇ 3 ਦਿਨ ਕਿੰਜ ਪਤਾ ਲੱਗੇਗਾ ਕਿ ਮਈ ਪਿੱਛਾ ਗਰਮੀ ਦੀ ਵਜ੍ਹਾ ਨਾਲ ਮਾਰਦੀ ਹੈ ਜਾਂ ਸਰਦੀ ਦੀ ਵਜ੍ਹਾ ਨਾਲ ਜਿਹੜੀ ਮੱਝ ਹਵਾ ਮਾਰਦੀ ਹੈ ਜੀ ਉਹ ਬਾਈ ਬਾਦੀ ਦਾ ਜਿਹੜੇ ਪੱਦ ਮਾਰਦੇ ਠੀਕ ਜਿਹੜੀ ਮੱਝ ਜ਼ੋਰ ਦੰਦੀ ਹੈ ਪੱਦ ਨਹੀਂ ਮਾਰਦੀ ਉਹਨੂੰ ਗਰਮੀ ਦਾ ਨੁਕਸ ਵੈਰੀ ਗੁੱਡ अच्छा अगर एक जानवर जोर नहीं छुटती है गाय या मझ ਉਹਦਾ ਕੀ ਇਲਾਜ ਕਰਦੇ ਉਹਦਾ ਇਲਾਜ ਪਹਿਲੇ ਗੱਲ ਤੇ ਕਿ ਉਹਦੇ ਕੰਡ ਵਿੱਚ ਤੇਲ ਮਾਰ ਕੇ ਉੱਤੇ ਲੂਣ ਬਰੂਰ ਕੇ ਅੱਛਾ ਨਮਕ ਬਰੂਰ ਕੇ ਉਹਦੇ ਉੱਤੇ ਕੋਈ ਕਪੜਾ ਛਪੜਾ ਪਾ ਲਓ ਕੋਈ ਚੀਜ਼ ਪਾ ਲਓ ਬਿਲਕੁਲ ਸਹੀ ਹੋ ਗਰਮੈਸ਼ ਹੋਵੇ ਸਹੀ ਹੋ ਗਿਆ ਉਹ ਜੇਰ ਪਾ ਦੇਗੀ ਆਖਰੀ ਉਹਦਾ ਇਲਾਜ ਆਖਰੀ ਇਲਾਜ ਨਾ ਕਰੇ ਵਾਸਤੇ ਚੱਲੇ ਨਾ ਜੇਰ ਪਵੇ ਤੇ ਫਿਰ ਉਹਦਾ ਇਲਾਜ ਇਹ ਕਿ ਇਹ ਦੁੱਧ ਦਾ ਟੀਕਾ ਨਹੀਂ ਹੁੰਦਾ ਜੀ ਇਹ ਆਖਰੀ ਉਹਦਾ ਅੱਛਾ ਇੱਕ ਜਿਓਰੋ ਹੁੰਦੀ ਹੈ ਜਿਹੜੀ ਨਿਕਲਦੀ ਹੀ ਨਹੀਂ ਇੱਕ ਹੁੰਦੀ ਜਿਹੜੀ ਮੱਝ ਦੇ ਪੈਰ ਥਲੇ ਆ ਕੇ ਟੁੱਟ ਜਾਂਦੀ ਹੈ ਦੋਵਾਂ ਦਾ ਵੱਖਰਾ ਇਲਾਜ ਦੱਸਿਓ ਉਹ ਜਿਹੜੀ ਨਹੀਂ ਨਾ ਨਿਕਲਦੀ ਉਹਨੂੰ ਦੁੱਧ ਤੇ ਗੁਲਕੰਦ ਠੀਕ ਹੈ ਔਰ ਅਗਰ ਟੁੱਟ ਜਾਏ ਜੀ ਟੁੱਟ ਜਾਏ ਜਿਹੜੀ ਨਹੀਂ ਨਿਕਲਦੀ ਉਹਨੂੰ ਦੁੱਧ ਤੇ ਗੁਲਕੰਦ ਦਿਓ ਕਿੰਜ ਦੇਣੀ ਹੈ ਕਿਹੜੀ ਮਿਕਦਾਰ ਵਿੱਚ ਮਿਕਦਾਰ ਕੀ ਹੈ ਗੁਲਕੰਦ ਕਿਹੜੀ ਮਿਕਦਾਰ ਵਿੱਚ ਦੁੱਧ ਤੇ ਗੁਲਕੰਦ ਦੇਣੀ ਹੈ ਪਾ ਗੁਲਕੰਦ ਠੀਕ 2 ਕਿਲੋ ਦੁੱਧ ਠੀਕ ਇੱਕ ਖਰਾਕ ਹੈ ਇੱਕ ਖਰਾਕ ਹੈ
ਕਿੰਨੇ ਦਿਨ ਦੇਣਾ? 3 ਦਿਨ। 3 ਦਿਨ ਕਾਫੀ ਹੈ? 3 दिन काफी है। ਠੀਕ ਹੋ ਗਿਆ। सदके भी गौस पाक दे मदीना है तो ख्याल बिल्कुल ठीक हो जाए। ਦੁੱਧ ਵਧਾਉਣ ਦਾ ਕੋਈ ਨੁਸਖਾ ਹੈ ਤਾਂ ਦੱਸੋ। ਦੁੱਧ ਵਧਾਉਣ ਦਾ ਹੈ ਸਾਡੇ ਭਤੀਜੇ ਦੱਸਣੇ ਹੋਣੇ ਇਹ ਅਪੀਲ। ਦੁੱਧ ਵਧਾਉਣ ਦਾ ਜਿਹੜਾ ਦੇਸੀ ਤਰੀਕਾ ਹੈ ਜੀ ਉਹਦੀ ਜਵਾਂ ਦਾ ਬੰਡਾ, ਜਵਾਂ 2 ਕਿਲੋ ਜਵਾਂ ਤੇ 2 ਕਿਲੋ ਅਲਸੀ, 5 ਕਿਲੋ ਬਾਜਰਾ। ਇੱਕੋ ਦਿਨ ਤੇ ਨਹੀਂ ਪਾਣਾ? ਨਹੀਂ, ਇੱਕ ਦਿਨ 2 ਕਿਲੋ 2 ਕਿਲੋ ਪਾਣਾ। ਅੱਛਾ, ਇਹ ਖੁਰਾਕ ਉਹਦੀ ਹੋਗੀ। ਕਿੰਨੇ ਕੁ ਦਿਨ? ਰਹਿਣ ਕੇ 3 ਦਿਨ 4 ਦਿਨ ਪਾਓ। ਪਹਿਲੇ ਦਿਨ ਹੀ ਤੁਹਾਨੂੰ ਦੱਸ ਦੇਗੀ ਕਿ ਮੈਂ ਦੁੱਧੋਂ ਵਧੀ ਜਾਂ ਨਹੀਂ। ਸਰ ਥਣਾ ਦੇ ਬੜੀਆਂ ਤਰ੍ਹਾਂ ਦੇ ਮਸਾਇਲ ਨੇ। ਥਣਾ ਦਾ ਕੋਈ ਮਸਲਾ ਹੋਏ, ਚੰਦਰੀ ਜ਼ਹਿਰ ਹੋਏ ਜਾਂ ਛਿਛਰਿਆਣ ਜਾਂ ਕੋਈ ਬਾਈਬਾਦੀ ਨਾਲ ਥਣ ਨੂੰ ਅਟੈਕ ਹੁੰਦਾ, ਇਹਦਾ ਇਲਾਜ ਕੀ ਹੈ? ਅਸੀਂ ਤੇ ਜਨਾਬ ਮੇਰੇ ਦਾਦਾ ਜੀ ਦਾ ਫਰਮਾਨ ਹੈ ਜੀ ਤੇ ਦੁਆ ਹੈ ਉਹਨਾਂ ਦੀ। ਅਸੀਂ ਤੇ ਦਰਬਾਰ ਤੇ ਢੇਰੀ ਮਿੱਟੀ ਲੈ ਕੇ ਲਾਣੇ ਆ, ਨਾ ਚੰਦਰੀ ਰਹਿੰਦੀ ਨਾ ਜ਼ਹਿਰ ਰਹਿੰਦਾ। ਅੱਛਾ, ਦਵਾਈ ਦਾ ਨਹੀਂ ਨੁਕਸਾ ਜਿਹੜਾ ਖੁਰਾਕ ਦਾ ਉਹ ਕਿਹੜਾ ਲਾਉਂਦੇ? ਉਹ ਕਿਹੜੇ ਕੀ ਦੇਣਾ ਚਾਹੀਦਾ ਅਟੈਕ ਵਾਲੇ ਡੰਗਰ ਨੂੰ? ਸਰ ਉਹਨਾਂ ਕੋਲ ਪੁੱਛਣਾ ਤੇ ਨਮਕ ਥਾਣਾ ਵਿੱਚੋਂ ਖੂਨ ਆਉਂਦਾ ਹੋਵੇ। ਅੱਛਾ, ਚੰਦਰੀ ਜ਼ਹਿਰ ਹੋ ਗਿਆ, ਖੂਨ ਆਉਂਦਾ ਹੋਵੇ ਥਾਣਾ ਚ ਜੀ, ਤੇ ਮੈਂ ਉਹ ਇਸਤੇਮਾਲ ਕਰਕੇ ਵੇਖਿਆ ਜੀ। 8 ਕਿਲੋ ਦੁੱਧ। 8 ਕਿਲੋ ਦੁੱਧ ਜੀ, ਠੀਕ। 3 ਪਾ ਲੂਣ। 3 ਪਾ ਲੂਣ ਜੀ, ਖਾਣੇ ਆਮ ਜੀ, ਬਿਲਕੁਲ ਠੀਕ ਜੀ। ਇਹ 3 ਪਾ ਲੂਣ, 8 ਕਿਲੋ ਦੁੱਧ, ਇਹਨੂੰ ਕਾੜਿਆ। ਠੀਕ। ਜਿਵੇਂ ਉਹਦਾ ਖੋਇਆ ਬਣ ਗਿਆ ਉਹ ਦੇਣਾ ਇਹਨਾਂ ਨੂੰ ਤਕਰੀਬਨ ਕੋ ਅਟਾਕੀ ਆ ਛਟਾਕੀ। ਠੀਕ। ਉਹ ਸ਼ਾਮੀ ਪਾਣੀ ਡਾਉਣ ਦੀ ਪੱਠੇ ਪਾਉਣ ਦੀ ਬਾਅਦ ਉਹ ਦੇ ਕੇ ਫਿਰ ਉਹਨੂੰ ਪਾਣੀ ਦੀ ਪੱਠੇ ਨਹੀਂ ਪਾਣੇ ਪੱਠੇ। ਕਿੰਨੇ ਕੁ ਦਿਨ ਕਰਨਾ ਕੰਮ? ਇਹ 1 ਹਫ਼ਤਾ। 1 ਹਫ਼ਤਾ ਜੀ। ਅੱਛਾ, ਜਾਨਵਰ ਦੀ ਬਾਈਬਾਦੀ ਦੂਰ ਕਰਨ ਦਾ ਵੀ ਕੋਈ ਤਰੀਕਾ ਹੈ ਜੀ? ਹਾਂ, ਬੜੇ ਤਰੀਕੇ। ਕੀ ਤਰੀਕਾ ਹੈ? ਕੋਈ ਤਰੀਕਾ ਦੱਸੋ। ਬਾਈਬਾਦੀ ਤੇ ਦੱਸੋ ਜੀ। ਨਹੀਂ ਦਿੰਦੇ ਉਹ ਦੇਈਦਾ ਜੀ ਗੰਢੇ ਹਰੀਆਂ ਮਿਰਚਾਂ ਵੀ ਦੇਈਦੀਆਂ ਨੇ। ਠੀਕ। ਅਦਰਕ ਵਿੱਚ ਪਾ ਦੇਈਏ ਨਾ ਹੋਵੇ ਤੇ ਪਨੀਰ ਜੀ ਆ ਦੁਕਾਨਾਂ ਤੇ ਮਿਲ ਜਾਂਦਾ ਜੀ। ਠੀਕ। ਪਨੀਰ, ਸਬਜ਼ ਮੋਟੀ ਇਲਾਚੀ, ਸੋਏ ਜੀ, ਕਾਲੀ ਜੀਰੀ ਜੀ, ਤੁਮਾ, ਵੈਰੀ ਗੁੱਡ, ਅਕਸਨ, ਠੀਕ, ਬੈਕੜ, ਅਨਬਲ, ਇਹਨਾਂ ਦਾ ਮਸਾਲਾ ਬਣਾਈਦਾ। ਲਾਲ ਮਿਰਚ ਜੀ ਜੀ, ਇਹਨਾਂ ਦਾ ਮਸਾਲਾ ਬਣਾ ਕੇ ਤਿਆਰ ਇਹ ਬਰਾਬਰ ਪੀਸਣੀਆਂ ਨੇ ਚੀਜ਼ਾਂ ਜੀ, ਬਰਾਬਰ। ਤੇ ਕਿੰਨੀ ਕੁ ਦੇਰ ਬਾਅਦ ਦੇਣੀ ਚਾਹੀਦੀ ਹੈ ਚੀਜ਼? ਕਿਸ ਤਰ੍ਹਾਂ ਦੇਣਾ ਮਸਾਲਾ? ਇਹ ਰੰਨਣਾ। ਠੀਕ। ਵਿੱਚ ਮਸਾਲੇ ਢੇਰ ਸਾਰੇ ਕੋਈ 22-23 ਚੀਜ਼ਾਂ ਬਣ ਜਾਂਦੀਆਂ ਕਾਫੀ ਸਾਰੀਆਂ। ਪਾਈਆ ਰੋਜ਼ ਦਾ ਦੇਣ ਕਰਨਾ? ਨਹੀਂ, ਅੱਧਾ। ਅੱਛਾ, ਅੱਧ ਪਾਈਆ ਕਲੇਜਾ ਪਾੜ ਐਨੀ ਮਕਦਾਰ ਹੈ। ਅੱਛਾ, ਜ਼ਿਆਦਾ ਤੇ ਕਲੇਜਾ ਪਾੜ ਦਿੰਦੇ। ਅਗਰ ਜਾਨਵਰ ਨੂੰ ਮੂੰਹ ਖੋਰੋਈਏ ਤਾਂ ਮੂੰਹ ਖਰਾਬ ਹੋਈਏ? ਹਾਂ ਜੀ, ਉਹਨੂੰ ਕਣਕ ਦੀ ਰੋਟੀ ਕੱਚੀ ਪੱਕੀ ਕਰਕੇ ਉਹਦਾ ਧਿਰਗੜ ਬਣਾ ਕੇ ਦੇ ਪਾਣੀ 'ਚ ਭੇਕ, ਇਨਸ਼ਾਅੱਲਾ ਉਹ ਵੀ ਠੀਕ। ਇੱਕ ਜਾਨਵਰ ਮੱਝ ਜਾਂ ਗਾਂ ਸੂਣ ਵਾਲੀ ਹੈ, ਸੂਣ ਤੋਂ ਪਹਿਲੇ ਕਿਹੜੀ ਇਖਤਿਆਤ ਕਰੀਏ ਔਰ ਕਿਹੜੀਆਂ ਚੀਜ਼ਾਂ ਦਈਏ ਤਾਂ ਕਿ ਉਹਦਾ ਸੂਆ ਵੀ ਠੀਕ ਹੋਈਏ, ਸੂਆ ਆਰਾਮ ਨਾਲ ਹੋਈਏ, ਪਲੱਸ ਉਹਦਾ ਜਿਉਰ ਜਿਹੜਾ ਉਹਦਾ ਮਾਮਲਾ ਨਾ ਹੋਏ ਜਾਂ ਉਂਝ ਨੂੰ ਸਰਦੀ ਗਰਮੀ ਨਾ ਲੱਗੇ? ਜੀ ਹੈਲੋ। ਅੱਛਾ, ਹਾਂਜੀ। ਆ ਜਿਹੜਾ ਤੁਸੀਂ ਸਵਾਲ ਕੀਤਾ ਵੀ ਜਿਹੜਾ ਡੰਗਰ ਸੂਣ ਵਾਲਾ ਉਹਦਾ ਸੂਣ ਤੋਂ ਪਹਿਲਾਂ ਉਹਨੂੰ ਕੀ ਚੀਜ਼ਾਂ ਦਈਏ ਉਹਦਾ ਕਿ ਉਹਨੂੰ ਮੁਸ਼ਕਲ ਨਾ ਆਏ, ਜੇਰ ਵੀ ਛੋਟੇ ਬਹਾਨੇ ਸਿਆਣੇ ਨੂੰ ਕੋਈ ਮਸਲਾ ਨਾ ਬਣੇ। ਉਹਨੂੰ ਜਨਾਬ ਪਾਈਆ ਘਿਓ ਰੋਜ਼ ਦੇਸੀ, ਉਹਦੇ 'ਚ ਇੰਨਾ ਚੁਟਕਾ ਜਿਹੜਾ ਨਾ ਕਾਲੀਆਂ ਮਿਰਚਾਂ ਦਾ, ਇਹ ਪੀ ਕੇ ਤੇ ਰੋਜ਼ 1 ਦਿਨ ਨਾਗਾ ਪਾ ਕੇ ਰੋਜ਼ ਪਾਈਆ ਦੀ 2 ਕਿਲੋ ਘਿਓ ਦੇ ਛੜੀ, ਜਿਹੜੇ ਇਨਸ਼ਾਅੱਲਾ ਕੋਈ ਇਹੋ ਜਿਹਾ ਫਾਲਟ ਨਹੀਂ ਹੋਣ ਲੱਗਾ, ਨਾ ਬਹਾਨੇ ਨੂੰ ਤੇ ਨਾ ਕੋਈ ਜਿਉ ਸ਼ੋਰ ਅੜਦੀ ਹੈ ਵਿੱਚ ਡੰਗਰ ਤਾਰ ਹੋ ਜਾਂਦੇ ਨੇ। ਇਹਨੂੰ ਆ ਖੁਸ਼ਕੀ ਨਹੀਂ ਰਹਿੰਦੀ, ਡੰਗਰ ਸੁਣਦਾ ਵੀ ਬੜਾ ਠੀਕ ਹੈ ਤੇ ਬਹਾਨਾ ਸ਼ਾਨਾ ਵੀ ਖੁੱਲ ਜਾਂਦਾ। ਦੇਸੀ ਘਿਓ ਨਾਲ ਡਾਲਟਾ ਦੇ ਸਕਦੇ ਆ? ਡਾਲਟਾ ਤੁਹਾਨੂੰ ਆਖੇ ਨਾ ਦਿਓ ਕੱਲ। ਅੱਛਾ ਸਰ, ਇਹ ਵੀ ਦੱਸੋ ਕਿ ਮੱਝ ਨੂੰ ਅਫਾਰਾ ਹੋ ਜਾਏ ਜਾਂ ਫੁੜਕ ਜੇ ਜਿਹਨੂੰ ਕਹਿੰਦੇ ਆ, ਉਹਦਾ ਕੀ ਤਰੀਕਾ ਹੈ? ਅਫਰਾ, ਉਹਦਾ ਅਫਾਰੇ ਦਾ ਕੀ ਇਲਾਜ ਕਰਦੇ ਹੋ? ਉਹਨੂੰ ਕਾਰਬੀਨ ਦਾ ਜਿਹੜਾ ਨਾ ਤੇਲ, ਕਾਰਬੀਨ ਦਾ ਤੇਲ ਵੀ ਨਾਲ ਲੱਭੇ ਜੀ, ਡੀਜ਼ਲ ਜਾਂ ਮਿੱਟੀ ਦਾ ਤੇਲ ਨਾ ਸਮਝ ਲੱਗੀ ਹੋਰ ਵੀ ਨਾਸਾ ਨਾ ਲਾਓ, ਨਹੀਂ ਤੇ ਝਾੜ ਦੇ ਦਿਓ ਜੀ। ਝਾੜ ਵੀ ਨਾ ਲੱਭੇ, ਮਜ਼ਦੂਰ ਨਾ ਹੋਣ, ਲੱਸੀ ਦਿਓ। ਵੈਰੀ ਗੁੱਡ। ਤੇ ਇਹ ਛਟਾਲਾ ਸਾਬਤ ਪਾਉਣ ਤੋਂ ਪਹਿਲੇ ਜਿਹੜਾ ਨਾ ਉਹ ਗਾਂ ਜਾਂ ਮੱਝ ਉਹਨੂੰ ਤੇਲ ਜਿਹੜਾ ਨਾ ਦੇਸੀ ਸਰੋਂ ਦਾ ਤੇਲ ਲਾਜ਼ਮੀ ਦਿਓ। ਫਿਰ ਫਰਾ ਨਹੀਂ ਹੁੰਦਾ। ਜਿਹੜੇ ਡੰਗਰ ਨੂੰ ਆ ਹੁਣੇ ਦਿਨ ਆ ਗਏ ਨੇ
ਸਰੋਂ ਦਾ ਤੇਲ ਦਈਏ ਨਾ ਜੀ ਪਾਈਆ ਰੋਜ਼ ਦਾ ਦੂਜੇ ਤੀਜੇ ਨੂੰ ਦਿੰਦੇ ਆ ਵੀ ਹਾਂਜੀ ਹਾਂਜੀ ਤੇ ਸਾਬ ਤੇ ਪੱਠੇ ਪਾਈਏ ਤੇ ਕੋਈ ਮਸਲਾ ਨਹੀਂ ਹੁੰਦਾ, ਫਰਾ ਨਹੀਂ ਹੁੰਦਾ। ਸਰ ਜਾਨਵਰ ਪੱਠੇ ਖਾਣਾ ਛੱਡ ਦੇ, ਪੱਠੇ ਨਾ ਖਾਏ ਤੇ ਕੀ ਕਰਨਾ ਚਾਹੀਦਾ? ਉਹਨੂੰ ਪਿਆਜ਼ ਜੀ ਤੇ ਜਿਹੜੇ ਨਾ ਨਮਕ ਤੇ ਹਰੀ ਮਿਰਚ ਵਿੱਚ ਗੁੜ ਪਾ ਲਿਓ। ਇਹ ਇੱਕ ਮੱਝ ਨੂੰ ਜਿਹੜੇ ਨਾ ਕੰਮ ਦੇ ਕੰਮ 1 ਕਿਲੋ ਜਿਹੜਾ ਨਾ ਪਿਆਜ਼ ਹੋਣਾ ਚਾਹੀਦਾ। ਸਾਰੀਆਂ ਚੀਜ਼ਾਂ ਮਿਲਾ ਕਿਲੋ ਵਜ਼ਨ। ਹਾਂਜੀ ਕਿਲੋ ਵਜ਼ਨ ਬਣ ਗਿਆ। ਨਹੀਂ ਇਹ ਜਿਹੜਾ ਠੰਡ ਲੱਗ ਜਾਂਦੀ ਕਿਸੇ ਨੇ ਕਹਿੰਦੇ ਮੱਝ ਅੱਜ ਪੱਠੇ ਨਹੀਂ ਖਾਂਦੀ ਵੀ ਉਹਨੂੰ 5 ਗ੍ਰਾਮ ਦਾ ਟੀਕਾ ਲਾਣੇ ਆ ਤੇ ਫਟਾਫਟ ਸਿੱਧੀ ਹੋ ਜਾਂਦੀ, ਠੀਕ ਹੋ ਜਾਂਦੀ। ਤੇ ਇਹ ਜਿਹੜਾ ਇਹਨਾਂ ਨੁਕਸਾ ਦੱਸਿਆ ਵੀ ਠੀਕ ਹੈ ਤੇ 5 ਗ੍ਰਾਮ ਦਾ ਟੀਕਾ ਵੀ ਅਸੀਂ ਲਾਣੇ ਆ ਫੇਰ ਵੀ ਡੰਗਰ ਪੱਠੇ ਖਾਣ ਲੱਗ ਪੈਂਦਾ। ਗੰਡਾ ਜਿਹੜਾ ਨਾ ਹਾਜ਼ਮਾ ਬੜਾ ਕਰਦਾ ਹੈ, ਬੰਦਾ ਵੀ ਖਾ ਲਵੇ ਤੇ ਹਾਜ਼ਮਾ ਜਿਹੜਾ ਨਾ ਹੋ ਜਾਂਦਾ। ਜੇ ਡੰਗਰ ਨੂੰ ਵੀ ਦਿਓ ਤੇ ਬੜਾ ਦੁੱਧ ਦਾ ਬੜਾ ਜਿਹੜਾ ਜੇ ਡੰਗਰ ਨਹੀਂ ਹੋ ਜਾਂਦਾ। ਅੱਛਾ ਚਾਚੂ ਜੀ, ਵੰਡਾ ਕਿਹੜਾ ਸਭ ਤੋਂ ਅੱਛਾ ਰਹੇਗਾ? ਵੰਡੇ 'ਚ ਕਿਹੜੀ ਸ਼ੈ ਰੱਖੀਏ ਤਾਂ ਕਿ ਜਾਨਵਰ ਸੈੱਟ ਰਹੇ ਔਰ ਦੁੱਧ ਵੀ ਠੀਕ ਰਹੇ? ਵੰਡਾ ਜੀ ਸਭ ਤੋਂ ਜ਼ਿਆਦਾ ਜਿਹੜੇ ਨੇ ਮੁਖਤਲਿਫ ਕਿਸਮ ਦੇ ਵੱਡੇ ਪਾਣੇ ਨਹੀਂ ਚਾਹੀਦੇ। ਇਹਨਾਂ ਇੱਕ ਜਾਨਵਰਾਂ ਨੂੰ ਬਿਮਾਰੀ ਬੜੀ ਲੱਗ ਜਾਂਦੀ ਹੈ, ਥਣ ਖਰਾਬ ਹੋ ਜਾਂਦੇ ਨੇ, ਫਿਰ ਸੁਣਦੇ ਬੜੇ ਲੇਟ ਨੇ। ਸਭ ਤੋਂ ਅੱਛੀ ਜਿਹੜੀ ਨੇ ਖਲ ਜੀ ਬੜੇਵਿਆਂ ਦੀ ਖਲ ਪਾਓ। ਹੁਣ ਵੰਡੇ ਤੁਹਾਨੂੰ 101 ਵੰਡਾ ਨਿਕਲ ਗਿਆ। ਹਾਂਜੀ ਤੇ ਅਸੀਂ ਤੇ ਉਹ ਦੂਸਰਾ ਇਸਤੇਮਾਲ ਕਰਨੇ ਆ HD ਜਿਹੜਾ ਨਾ ਆਸਟ੍ਰੇਲੀਆ ਜੀ। ਇਹ ਜਿਹੜਾ ਬਾਜ਼ਾਰੀ ਵੰਡਾ ਹੈ ਉਹ ਤੁਹਾਡੀ ਨਜ਼ਰ 'ਚ ਉਹਦੀ ਕੀ ਸ਼ਾਨ ਹੈ? ਇਹ ਦੂਸਰਾ ਕੀ ਨਾਂ ਜੀ ਉਹਦਾ? HD ਜਿਹੜਾ ਨਾ ਵੰਡਾ, ਆ ਜਿਹੜਾ ਆਸਟ੍ਰੇਲੀਆ ਵਾਲਾ ਵੰਡਾ ਉਹਨਾਂ HD ਵੀ ਬਣਾਇਆ, ਉਹਦੇ ਚ ਦੂਜੇ ਨਾਲੋਂ ਫਰਕ ਹੈ ਬੜਾ। ਯਾਨੀ ਕਿ ਤੁਹਾਡੀ ਨਜ਼ਰ ਦੇ ਵਿੱਚ ਉਹ ਅੱਛਾ ਹੈ ਜਾਂ ਬੁਰਾ ਹੈ? ਅੱਛਾ ਠੀਕ ਹੋ ਗਿਆ। ਕੁਝ ਲੋਕ ਕਹਿੰਦੇ ਨੇ ਕਿ ਬਾਜ਼ਾਰੀ ਵੰਡਾ ਬਿਲਕੁਲ ਨਹੀਂ ਠੀਕ, ਡੰਗਰ ਖਰਾਬ ਕਰ ਸਕਦਾ। ਸਾਰਾ ਨਹੀਂ ਠੀਕ, ਪਰ ਇਹ ਹੁਣ ਅਸੀਂ ਸਾਰਾ ਇਸਤੇਮਾਲ ਪੇ ਕਰਨੇ ਆ ਤੇ ਨਾਲ ਉਹ ਗੰਡੇ ਤੇ ਨਾਲ ਆ ਜਿਹੜਾ ਮਸਾਲਾ ਦੱਸਿਆ ਇਹਨਾਂ ਨੇ, ਇਹ ਨਾਲ ਦੇ ਹਰੀਆਂ ਮਿਰਚਾਂ ਵਿੱਚ ਦੇ ਲੀਆਂ, ਲੂਣ ਇਹ ਦਿੰਨੇ ਆ ਤੇ ਨਾਲ ਆ ਵੰਡਾ ਤੇ HD ਪਾਉਂਦੇ ਆ ਤੇ ਇਹਦਾ ਰਿਜ਼ਲਟ ਅੱਛਾ ਹੈ। ਅੱਛਾ ਹੁਣ ਮਾਸ਼ਾਅੱਲਾ ਤੁਸੀਂ 3 ਬਜ਼ੁਰਗ ਹੋ, ਸਾਡੇ ਕੈਮਰਿਆਂ 'ਚ ਨਜ਼ਰ ਆ ਰਹੇ ਹੋ। ਆਖਰੀ ਗੱਲ ਦੱਸਿਓ ਕਿ ਕਿਹੜਾ ਮਸਾਲਾ ਦਿੰਦੇ ਜਾਈਏ ਕਿ ਜਾਨਵਰ ਉਹਨੂੰ ਬਿਮਾਰੀ ਨਾ ਹੋਏ, ਖਰਾਬ ਹੀ ਨਾ ਹੋਏ? ਕਿਹੜੀਆਂ ਚੀਜ਼ਾਂ ਉਹਨੂੰ ਲਗਾਤਾਰ ਹਫ਼ਤੇ ਬਾਅਦ ਮਹੀਨੇ ਬਾਅਦ ਦਿੰਦੇ ਜਾਈਏ? ਪਿਆਜ਼ ਦਿਓ ਜੀ ਸਭ ਤੋਂ ਜ਼ਿਆਦਾ। ਪਿਆਜ਼ ਕਦੋਂ ਦਈਏ ਤਾਂ ਕਿ ਡੰਗਰ ਨੂੰ ਕੋਈ ਮਸਲਾ ਦੇ ਦਿਓ। ਇੱਕ ਡੰਗਰ ਨੂੰ 1 ਕਿਲੋ ਪਿਆਜ਼ ਦੇਣਾ ਚਾਹੀਦਾ ਹਫ਼ਤੇ ਬਾਅਦ, ਫਿਰ ਉਹਨੂੰ ਕੋਈ ਬਿਮਾਰੀ ਨਹੀਂ ਲੱਗੇਗੀ ਇਨਸ਼ਾਅੱਲਾ। ਅੱਲਾਹ ਦੇ ਹੁਕਮ ਨਾਲ ਕੋਈ ਬਿਮਾਰੀ ਨਹੀਂ ਲੱਗੇਗੀ। ਬਹੁਤ ਸ਼ੁਕਰੀਆ ਜੀ ਬਜ਼ੁਰਗੋ, ਤੁਸੀਂ ਸਾਰੇ ਬਜ਼ੁਰਗਾਂ ਦਾ ਜੀ ਇਕੱਠਾ ਹੀ ਅਸੀਂ ਸ਼ੁਕਰੀਆ ਅਦਾ ਕਰਨੇ ਆ, ਸਲਾਮ ਪੇਸ਼ ਕਰਨਾ।